प्यारे विद्यार्थियों, मैं राजिंदर कौर पंजाबी अध्यापिका DAV स्कूल मूना। हाँ जी बेटा, अज आप पढ़ांगे ज्ञान सरोवर बुक। ठीक है, ये साड़ी व्याकरण की किताब है जिहदे विच पहला पाठ है बोली जां भाषा। ठीक है बच्चों, बोली जां भाषा का जीवन विच बड़ा महत्व हुंदा है। इस दी मदद नाल ही असी एक दूजे नाल गलबात करते हाँ ਤੇ ਇੱਕ ਦੂਜੇ ਨੂੰ ਸਮਝਦੇ ਹਾਂ ਵੀ ਜਿਹਦੀ ਮਦਦ ਦੇ ਨਾਲ ਅਸੀਂ ਜੋ ਸਾਡੇ ਮਨ ਦੇ ਵਿੱਚ ਹੈ ਉਹ ਦੂਜੇ ਨੂੰ ਸਮਝਾ ਸਕਦੇ ਹਾਂ, ਦੂਜੇ ਦੀ ਗੱਲ ਨੂੰ ਸਮਝ ਵੀ ਸਕਦੇ ਹਾਂ। ਠੀਕ ਹੈ, ਜਾਨੀ ਬੋਲੀ ਗੱਲਬਾਤ ਕਰਨ ਦਾ ਸਾਧਨ ਹੈ। ਠੀਕ ਹੈ, ਬੋਲੀ ਦੀ ਪਰਿਭਾਸ਼ਾ, ਬੋਲੀ ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਅਤੇ ਵਿਚਾਰ ਦੂਜਿਆਂ ਸਾਹਮਣੇ ਬੋਲ ਕੇ ਜਾਂ ਲਿਖ ਕੇ ਪੇਸ਼ ਕਰਦੇ ਹਾਂ। ਹੁਣ ਇਹਦੀ ਪਰਿਭਾਸ਼ਾ ਅਸੀਂ ਕੀ ਬਣੀ, ਇਹਦੀ ਪਰਿਭਾਸ਼ਾ ਇਹੀ ਹੈ ਕਿ ਬੋਲੀ ਉਹ ਸਾਧਨ ਹੈ ਜਿਹਦੇ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਨੇ, ਸਾਡੇ ਅੰਦਰ ਜੋ ਵਿਚਾਰ ਨੇਗੇ ਉਹ ਦੂਜਿਆਂ ਦੇ ਸਾਹਮਣੇ, ਠੀਕ ਹੈ, ਜਿਹਦੇ ਨਾਲ ਅਸੀਂ ਗੱਲ ਕਰ ਰਹੇ ਹਾਂ ਜਾਂ ਜਿਹਨੂੰ ਅਸੀਂ ਆਪਣੇ ਭਾਵ ਦੱਸਣਾ ਚਾਹੁੰਦੇ ਹਾਂ ਉਹਨੂੰ ਜਾਂ ਤਾਂ ਬੋਲ ਕੇ ਜਾਂ ਲਿਖ ਕੇ ਪੇਸ਼ ਕਰ ਸਕਦੇ ਹਾਂ। ਜਾਨੀ ਬੋਲੀ ਦੇ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਤੇ ਵਿਚਾਰਾਂ ਨੂੰ ਦੂਜੇ ਦੇ ਸਾਹਮਣੇ ਲਿਖ ਕੇ ਜਾਂ ਬੋਲ ਕੇ ਪੇਸ਼ ਕਰ ਸਕਦੇ ਹਾਂ, ਮਤਲਬ ਦੋ ਤਰੀਕਿਆਂ ਦੇ ਨਾਲ। ਹੁਣ ਕੁਝ ਹੇਠਾਂ ਚਿੱਤਰ ਵੇਖੋ ਅਤੇ ਸਮਝੋ। ਬੱਚਿਓ, ਆਓ ਤੁਹਾਨੂੰ ਕਹਾਣੀ ਸੁਣਾਉਂਦੀ ਹਾਂ। ਹਾਂਜੀ, ਬੜਾ ਮਜ਼ਾ ਆਏਗਾ। ਸੈਕਿੰਡ ਪਿਕਚਰ, ਇੱਕ ਜਮਾਤ ਦਾ ਸੀਨ ਦਿਖਾਇਆ ਹੋਇਆ ਹੈ ਜਿਹਦੇ ਵਿੱਚ ਟੀਚਰ ਪੰਜਾਬੀ ਪੜ੍ਹਾ ਰਿਹਾ ਹੈ। ਠੀਕ ਹੈ, ਹੁਣ ਇਹਨਾਂ ਦੋਵਾਂ ਚਿੱਤਰਾਂ ਦੇ ਵਿੱਚ ਮਨ ਦੇ ਭਾਵ ਬੋਲ ਕੇ ਜਾਂ ਲਿਖ ਕੇ ਦੱਸੇ ਜਾ ਰਹੇ ਹਨ। ਫਸਟ ਪਿਕਚਰ ਦੇ ਵਿੱਚ ਕੀ ਸੀ, ਦਾਦੀ ਮਾਂ ਬੱਚਿਆਂ ਨੂੰ ਬੋਲ ਕੇ ਪੁੱਛ ਰਹੀ ਹੈ ਵੀ ਬੇਟਾ ਤੁਸੀਂ ਕਹਾਣੀ ਸੁਣੋਗੇ। ਠੀਕ ਹੈ, ਬੱਚੇ ਵੀ ਬੋਲ ਕੇ ਰਿਸਪੌਂਸ ਦੇ ਰਹੇ ਨੇ ਵੀ ਹਾਂਜੀ ਬੜਾ ਮਜ਼ਾ ਆਏਗਾ, ਵੀ ਭਾਵ ਅਸੀਂ ਸੁਣਨਾ ਚਾਹੁੰਦੇ ਹਾਂ। ਜਾਨੀ ਪਹਿਲੀ ਤਸਵੀਰ ਦੇ ਵਿੱਚ ਗੱਲਬਾਤ ਹੈ ਜਿਹੜੀ ਅਸੀਂ ਬੋਲ ਕੇ ਕੀਤੀ ਹੈ। ਦੂਜੀ ਪਿਕਚਰ ਦੇ ਵਿੱਚ ਤੁਹਾਨੂੰ ਬੋਰਡ ਦਿਖਾਈ ਦੇ ਰਿਹਾ, ਬਲੈਕ ਬੋਰਡ, ਜਿਹਦੇ ਉੱਪਰ ਵਰਨਮਾਲਾ ਦੇ ਕੁਝ ਅੱਖਰ ਲਿਖੇ ਹੋਏ ਹੈ ਜੋ ਕਿ ਅਧਿਆਪਕ ਬੱਚਿਆਂ ਨੂੰ ਦਿਖਾ ਰਿਹਾ ਹੈ, ਪੜ੍ਹਾ ਰਿਹਾ ਹੈ। ਜਾਨੀ ਉਹ ਆਪਣੀ ਵਰਨਮਾਲਾ ਦੇ ਅੱਖਰਾਂ ਨੂੰ ਕਿਸ ਸਾਧਨ ਦੁਆਰਾ ਪੜ੍ਹਾ ਰਿਹਾ ਹੈ, ਲਿਖਤੀ ਰੂਪ ਦੇ ਵਿੱਚ, ਜਾਨੀ ਲਿਖ ਕੇ। ਠੀਕ ਹੈ, ਉਹ ਲਿਖ ਕੇ ਦੱਸੇ ਜਾ ਰਹੇ ਨੇਗੇ। ਐਸੇ ਤਰ੍ਹਾਂ ਹੀ ਬੇਟਾ ਇਹ ਤੋਂ ਕੀ ਸਿੱਧ ਹੋਇਆ ਵੀ ਬੋਲੀ ਹੈ ਜਿਹੜੀ ਉਹਦੀਆਂ ਦੋ ਕਿਸਮਾਂ ਹੁੰਦੀਆਂ ਨੇ। ਬੋਲੀ ਦੀਆਂ ਦੋ ਪ੍ਰਕਾਰ, ਬੋਲੀ ਦੀਆਂ ਕਿਸਮਾਂ, ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ। ਨੰਬਰ 1 ਬੋਲਚਾਲ ਦੀ ਬੋਲੀ, ਨੰਬਰ 2 ਲਿਖਤੀ ਬੋਲੀ। ਨੰਬਰ 1 ਬੋਲਚਾਲ ਦੀ ਬੋਲੀ, ਜਦੋਂ ਅਸੀਂ ਕੇਵਲ ਬੋਲ ਕੇ ਆਪਣੇ ਵਿਚਾਰ ਇੱਕ ਦੂਜੇ ਨਾਲ ਸਾਂਝੇ ਕਰਦੇ ਹਾਂ ਤਾਂ ਉਹ ਬੋਲਚਾਲ ਦੀ ਬੋਲੀ ਹੁੰਦੀ ਹੈ। ਇਹ ਸਾਡੀ ਆਮ ਬੋਲਚਾਲ ਦੀ ਬੋਲੀ ਹੁੰਦੀ ਹੈ। ਇਸ ਉੱਤੇ ਖੇਤਰੀ ਰੰਗ ਵਧੇਰੇ ਹੁੰਦਾ ਹੈ। ਖੇਤਰੀ ਰੰਗ ਮਤਲਬ ਜਿਸ ਇਲਾਕੇ ਵਿੱਚ ਇਹ ਬੋਲੀ ਜਾਂਦੀ ਹੈ ਉਹਦਾ ਪ੍ਰਭਾਵ ਹੈ ਜਿਹੜਾ ਇਹਦੇ ਉੱਤੇ ਜ਼ਿਆਦਾ ਹੁੰਦਾ ਹੈ। ਇਸ ਦੇ ਸ਼ਬਦ ਕਈ ਵਾਰੀ ਸ਼ੁੱਧ ਨਹੀਂ ਹੁੰਦੇ। ਠੀਕ ਹੈ, ਕੁਝ ਉਦਾਹਰਨਾਂ ਵੇਖੋ। ਕੁੜੀਏ ਮੇਰੇ ਨਾਲ ਕੰਮ ਕਰਵਾ, ਰੋਹਨ ਆ ਪਾਰਕ ਵੱਲ ਚੱਲੀਏ। ਥਰਡ ਤਸਵੀਰ ਹੈ ਬੇਟਾ, ਸਾਨੂੰ ਧਰਤੀ ਨੂੰ ਹਰਾ ਭਰਾ ਰੱਖਣਾ ਚਾਹੀਦਾ ਹੈ। ਨੈਕਸਟ, ਬੱਚਿਓ ਮਨ ਲਗਾ ਕੇ ਪੜ੍ਹੋ। ਹੁਣ ਦੇਖੋ ਬੇਟਾ, ਇਹ ਸੀ ਸਾਡੀ ਬੋਲਚਾਲ ਦੀ ਬੋਲੀ। ਬੋਲਚਾਲ ਦੀ ਬੋਲੀ ਦੇ ਵਿੱਚ ਕੀ ਹੁੰਦਾ ਹੈ ਵੀ ਜਦੋਂ ਅਸੀਂ ਆਪਣੇ ਵਿਚਾਰ ਨੇ ਜਿਹੜੇ, ਆਪਣੇ ਭਾਵ ਨੇ ਜਿਹੜੇ ਕਿਸੇ ਦੂਜੇ ਦੇ ਨਾਲ ਬੋਲ ਕੇ ਕਰਦੇ ਹਾਂ, ਬੋਲ ਕੇ ਸਾਂਝੇ ਕਰਦੇ ਹਾਂ, ਬੋਲ ਕੇ ਦੱਸਦੇ ਹਾਂ ਜਾਂ ਬੋਲ ਕੇ ਆਪਣੀ ਗੱਲ ਸਮਝਾਉਂਦੇ ਹਾਂ, ਉਹਨੂੰ ਕਹਿੰਦੇ ਆ ਬੋਲਚਾਲ ਦੀ ਬੋਲੀ। ਇਹ ਬੇਟਾ ਆਮ ਹੀ ਸਾਡੀ ਜੋ ਅਸੀਂ ਆਮ ਗੱਲਬਾਤ ਕਰਨ ਦੇ ਵਿੱਚ ਬੋਲੀ ਬੋਲਦੇ ਹਾਂ ਇਹੀ ਹੁੰਦੀ ਹੈ। ਠੀਕ ਹੈ, ਇਹਦਾ ਲਾਭ ਸਾਨੂੰ ਇਹੀ ਹੁੰਦਾ ਹੈ ਕਿ ਇਸ ਤਰੀਕੇ ਦੇ ਨਾਲ ਅਸੀਂ ਇਸ ਬੋਲੀ ਦੇ ਰਾਹੀਂ ਅਸੀਂ ਆਪਣੀ ਗੱਲ ਹੈ ਜਿਹੜੀ ਚੰਗੀ ਤਰ੍ਹਾਂ ਅਤੇ ਸੌਖੇ ਢੰਗ ਨਾਲ ਕਹਿ ਸਕਦੇ ਹਾਂ। ਪਰ ਜਿਹੜੀ ਇਹ ਸਾਡੀ ਬੋਲਚਾਲ ਦੀ ਬੋਲੀ ਹੁੰਦੀ ਹੈ ਕਈ ਵਾਰੀ ਸ਼ੁੱਧ ਨਹੀਂ ਹੁੰਦੀ। ਠੀਕ ਹੈ, ਕਿਉਂਕਿ ਕੋਈ ਇੱਕ ਗੱਲ ਨੂੰ ਕਿਸ ਤਰੀਕੇ ਨਾਲ ਕਹਿੰਦਾ ਹੈ, ਦੂਜਾ ਕਿਸ ਤਰੀਕੇ ਨਾਲ ਬੋਲਦਾ, ਸ਼ਬਦਾਂ ਦੇ ਉਚਾਰਨ ਵਿੱਚ ਵੀ ਫਰਕ ਹੈ ਜਿਹੜਾ ਆ ਜਾਂਦਾ ਹੈ। ਇਸ ਕਰਕੇ ਇਹ ਬੋਲੀ ਹੈ ਜਿਹੜੀ ਸ਼ੁੱਧ ਨਹੀਂ ਹੁੰਦੀ ਹੈਗੀ।
ठीक है। जिन्नियां भी असी तस्वीरां दे विच जो असी वाक पढ़े है इन्हां दे नीचे लिखे हुए ये सारे सानू की दर्शा रहे ने भी ये बोल के गल फस्ट सी कुड़िए मेरे नाल काम करवा, जिवें माँ अपनी बेटी नू कह रही है बोल रही है भी तू मेरे नाल काम करवा, मेरी मदद करवा। ठीक है। इस तरह ही दो दोस्त गल कर रहे हैं भी आपां पार्क चलीए, ਜਾਂ ਲਾਸਟ ਤੇ ਅਸੀਂ ਵੇਖੀਏ थर्ड पिक्चर ਦੇ ਵਿੱਚ ਵੀ ਧਰਤੀ ਨੂੰ ਸਾਨੂੰ ਹਰਿਆਵਲ ਰੱਖਣੀ ਚਾਹੀਦੀ ਹੈ, ਵੀ ਹਰਾ ਭਰਾ ਰੱਖਣਾ ਚਾਹੀਦਾ ਹੈ। ਲਾਸਟ ਪਿਕਚਰ ਦੇ ਵਿੱਚ ਅਧਿਆਪਕ ਹੈ ਜਿਹੜਾ ਬੱਚਿਆਂ ਨੂੰ ਬੋਲ ਕੇ ਸਮਝਾ ਰਿਹਾ ਹੈ, ਪੜ੍ਹਾ ਰਿਹਾ ਹੈ ਵੀ ਤੁਸੀਂ ਆਪਣੀ ਪੜ੍ਹਾਈ ਹੈ ਜਿਹੜੀ ਕਿਵੇਂ ਕਰਨੀ ਹੈ ਮਨ ਲਗਾ ਕੇ। ਸੋ ਇਹ ਸਾਰੀਆਂ ਤਸਵੀਰਾਂ ਕਿਸ ਬੋਲੀ ਨਾਲ ਸੰਬੰਧਿਤ ਸੀ? ਬੋਲ ਚਾਲ ਦੀ ਬੋਲੀ ਨਾਲ। ਨੈਕਸਟ ਪੁਆਇੰਟ ਹੈ ਬੇਟਾ ਸਾਡਾ ਲਿਖਤੀ ਬੋਲੀ ਜਾਂ ਸਾਹਿਤਕ ਜਾਂ ਟਕਸਾਲੀ ਬੋਲੀ। ਠੀਕ ਹੈ। ਲਿਖਤੀ ਬੋਲੀ ਇਸ ਨੂੰ ਸਾਹਿਤਕ ਜਾਂ ਟਕਸਾਲੀ ਬੋਲੀ ਵੀ ਆਖਦੇ ਹੈ। ਇਹ ਵਿਆਕਰਨ ਦੇ ਪੱਖੋਂ ਸ਼ੁੱਧ ਬੋਲੀ ਹੁੰਦੀ ਹੈ। ਜਿਸ ਸਾਧਨ ਰਾਹੀਂ ਅਸੀਂ ਆਪਣੇ ਵਿਚਾਰ ਲਿਖ ਕੇ ਪ੍ਰਗਟ ਕਰਦੇ ਹਾਂ ਉਹ ਲਿਖਤੀ ਬੋਲੀ ਅਖਵਾਉਂਦੀ ਹੈ। ਜਿਵੇਂ ਆਪਾਂ ਕੁਝ ਉਦਾਹਰਨਾਂ ਵੇਖਦੇ ਹਾਂ। ਮੈਂ ਕੁਝ ਜ਼ਰੂਰੀ ਕੰਮ ਕਰ ਰਿਹਾ ਹਾਂ, ਪਿਆਰੇ ਬੱਚਿਓ ਕਦੇ ਝੂਠ ਨਾ ਬੋਲੋ। थर्ड पिक्चर मैं पापा नू पत्र लिखदा हाँ। लास्ट मैं शेर चूही वाली कहानी लिखदी हाँ। हुण साडी सैकेंड बोली किहड़ी सी बेटा? लिखती बोली। ठीक है। इनू होर की नाम है ना? इनू ਸਾਹਿਤਕ ਜਾਂ ਟਕਸਾਲੀ मतलब लिखती बोली भी कह सकते हैं, ਸਾਹਿਤਕ बोली भी कह सकते हैं, टकसाली बोली भी कह सकते हैं। ये हर एक पक्ष तो व्याकरण दे तो शुद्ध हुंदी है। ठीक है। भी इनू लिखण लग्गिआं असीं व्याकरण की शुद्धता का ध्यान रखा जाता है, ध्यान रखते हैं। जिस साधन के राही मतलब जदों असीं अपनी किसी भी गल नूं, किसी विचार नूं, किसी भाव नूं, किसी दूजे नूं लिख के समझाउने आ जां लिख के अपने विचार प्रगट करते हैं वो साधन ही साडा लिखती बोली है। ਇਹਦੀਆਂ बेटा ਸਾਰੀਆਂ ਕਿਤਾਬਾਂ ਅਖਬਾਰ ਰਸਾਲੇ ਆਦि ਜੋ ਵੀ ਤੁਸੀਂ ਜਮਾਤਾਂ ਦੇ ਵਿੱਚ ਕਿਤਾਬਾਂ ਪੜ੍ਹਦੇ ਹੋ ਜਾਂ ਲਾਇਬ੍ਰੇਰੀ ਦੇ ਵਿੱਚ ਪੜ੍ਹਦੇ ਹੋ ਜਾਂ ਕੋਈ ਹੋਰ ਨਾਵਲ ਪੜ੍ਹਦੇ ਹੋ ਉਹ ਸਾਰੀਆਂ ਜਿਹੜੀਆਂ ਹੈਗੀਆਂ ਲਿਖਤਾਂ ਨੇ ਉਹ ਲਿਖਤੀ ਬੋਲੀ ਦੀਆਂ ਉਦਾਹਰਨਾਂ ਨੇ। ਜਿਵੇਂ ਅਸੀਂ ਕਿਤਾਬ ਦੇ ਵਿੱਚ ਵੇਖੀਏ ਫਸਟ ਤਸਵੀਰ ਦੇ ਵਿੱਚ ਬੱਚਾ ਕੰਪਿਊਟਰ ਤੇ ਜੋ ਕੰਮ ਕਰ ਰਿਹਾ ਟਾਈਪਿੰਗ ਦਾ ਵੀ ਮੈਂ ਕੁਝ ਜ਼ਰੂਰੀ ਕੰਮ ਕਰ ਰਿਹਾ ਇਹ ਵੀ ਕਿਹੜੀ ਉਦਾਹਰਨ ਹੈ? ਲਿਖਤੀ ਹੈ। ਸੈਕੰਡ ਪਿਕਚਰ ਦੇ ਵਿੱਚ ਅਧਿਆਪਕ ਬੱਚਿਆਂ ਨੂੰ ਸਮਝਾ ਰਿਹਾ ਹੈ ਵੀ ਪਿਆਰੇ ਬੱਚਿਓ ਕਦੇ ਝੂਠ ਨਾ ਬੋਲੋ, ਉਹ ਲਿਖ ਕੇ ਸਮਝਾ ਰਹੇ ਆਪਣੀ ਗੱਲ ਸਾਰੀ ਜਮਾਤ ਨੂੰ। ਥਰਡ ਪਿਕਚਰ ਦੇ ਵਿੱਚ ਲੜਕੀ ਹੈ ਜੋ ਕਿਸ ਨੂੰ ਚਿੱਠੀ ਲਿਖ ਰਹੀ ਹੈ? ਆਪਣੇ ਪਾਪਾ ਨੂੰ ਲਿਖ ਰਹੀ ਹੈ। ਲਾਸਟ ਦੇ ਵਿੱਚ ਇੱਕ ਲੜਕੀ ਹੈ ਜੋ ਕਿ ਲਿਖ ਰਹੀ ਹੈਗੀ ਕਹਾਣੀ ਲਿਖ ਰਹੀ ਹੈ ਕਿਹੜੀ? ਸ਼ੇਰ ਤੇ ਚੂਹੀ ਵਾਲੀ। ਭਾਵ ਇਹ ਚਾਰੇ ਤਸਵੀਰਾਂ ਸਾਡੀਆਂ ਕਾਹਦੀਆਂ ਉਦਾਹਰਨਾਂ ਸੀ? ਲਿਖਤੀ ਬੋਲੀ ਦੀਆਂ। ठीक है बेटा इत्थे तक समझ आ गया ना? बोली की हुंदी है, बोली दीयां किस्मां की किहड़ियां ने? बोल चाल दी बोली ते लिखती बोली। नैक्सट आ जांदा साडे कोले मात भाषा। मात भाषा जिहड़ी भाषा बच्चा अपनी माँ कोलों सिखदा है ਜਾਂ ਇਉਂ ਕਹਿ ਲਵੋ ਕਿ ਜਿਹੜੀ ਭਾਸ਼ਾ ਬੱਚੇ ਦੀ ਮਾਂ ਬੋਲਦੀ ਹੈ ਉਹ ਭਾਸ਼ਾ ਹੀ ਬੱਚਾ ਸਿੱਖਦਾ ਹੈ, ਉਹ ਮਾਤ ਭਾਸ਼ਾ ਅਖਵਾਉਂਦੀ ਹੈ। ਇਸ ਭਾਸ਼ਾ ਵਿੱਚ ਹੀ ਬੱਚੇ ਦੀ ਮੁਹਾਰਤ ਹੁੰਦੀ ਹੈ। ਮੁਹਾਰਤ ਮੈਨੇ ਹੁੰਦਾ ਨਿਪੁੰਨਤਾ ਵੀ ਉਹ ਮਾਹਰ ਹੁੰਦਾ ਉਹ ਬੋਲਣ ਦੇ ਵਿੱਚ। ਇਸ ਲਈ ਇਸ ਭਾਸ਼ਾ ਵਿੱਚ ਹੀ ਉਹ ਆਪਣੇ ਭਾਵ ਵਧੇਰੇ ਚੰਗੀ ਤਰ੍ਹਾਂ ਬਿਆਨ ਕਰ ਸਕਦਾ ਹੈ। ਜਾਨੀ ਮਾਤ ਭਾਸ਼ਾ ਕਿਹਨੂੰ ਕਵਾਂਗੇ ਅਸੀਂ? ਜਦੋਂ ਬੱਚਾ ਬੇਟਾ ਛੋਟਾ ਹੁੰਦਾ ਸਭ ਤੋਂ ਪਹਿਲਾਂ ਉਹ ਕਿਸ ਜ਼ਿਆਦਾ ਸਮਾਂ ਆਪਣੀ ਮਾਂ ਦੇ ਨਾਲ ਬਿਤਾਉਂਦਾ ਤਾਂ ਜਿਹੜੀ ਬੋਲੀ ਵੀ ਹੈ ਉਹ ਆਪਣੀ ਮਾਂ ਵਾਲੀ ਸਿੱਖਦਾ ਹੈ। ਜਾਂ ਅਸੀਂ ਜਿਵੇਂ ਕਹਿ ਲੈਂਦੇ ਹਾਂ ਵੀ ਜੋ ਭਾਸ਼ਾ ਉਹਦੀ ਮਾਂ ਬੋਲਦੀ ਹੈ, ਅਗਰ ਉਹਦੀ ਮਾਂ ਹਿੰਦੀ ਬੋਲਦੀ ਹੈ ਤਾਂ ਉਹ ਹਿੰਦੀ ਬੋਲਣਾ ਸਿੱਖ ਜਾਏਗਾ, ਪੰਜਾਬੀ ਬੋਲਦੀ ਹੈ ਤਾਂ ਉਹ ਪੰਜਾਬੀ ਬੋਲਣਾ ਸਿੱਖ ਜਾਏਗਾ। ਜਾਨੀ ਜਿਹੜੀ ਭਾਸ਼ਾ ਉਹ ਆਪਣੇ ਪਰਿਵਾਰ ਦੇ ਵਿੱਚ ਆਪਣੀ ਮਾਂ ਤੋਂ ਕੋ ਸਿੱਖਦਾ ਹੈ ਉਹ ਭਾਸ਼ਾ ਉਹਦੀ ਹੁੰਦੀ ਹੈ ਮਾਤ ਭਾਸ਼ਾ ਜਾਂ ਮਾਂ ਬੋਲੀ। ਠੀਕ ਹੈ। ਜੋ ਬੱਚੇ ਆਪਣੀ ਭਾਸ਼ਾ ਘਰਾਂ ਦੇ ਵਿੱਚ ਆਪਣੇ ਪਰਿਵਾਰ ਤੋਂ ਮਾਂ ਤੋਂ ਸਿੱਖਦੇ ਹੈ ਉਹਦੇ ਵਿੱਚ ਉਹ ਬੜੇ ਮਾਹਰ ਹੁੰਦੇ ਆ, ਮਤਲਬ ਕਿ ਉਹਦੇ ਵਿੱਚ ਉਹ ਬੜੇ ਸੌਖੇ ਤਰੀਕੇ ਦੇ ਨਾਲ ਚੰਗੇ ਢੰਗ ਦੇ ਨਾਲ ਆਪਣੇ ਵਿਚਾਰ ਨੇ ਜਿਹੜੇ ਪ੍ਰਗਟ ਕਰ ਸਕਦੇ ਹੈਗੇ। ਭਾਵ ਉਹਨਾਂ ਨੂੰ ਮਾਂ ਭਾਸ਼ਾ ਦੇ ਵਿੱਚ ਮਾਂ ਬੋਲੀ ਦੇ ਵਿੱਚ ਗੱਲ ਕਰਨੀ ਹੈ ਜਿਹੜੀ ਬਥੇਰੀ ਚੰਗੀ ਤਰ੍ਹਾਂ ਕਰ ਸਕਦੇ ਨੇਗੇ। ਠੀਕ ਹੈ। ਨੈਕਸਟ ਭਾਸ਼ਾ ਆ ਜਾਂਦੀ ਹੈ ਰਾਸ਼ਟਰੀ ਭਾਸ਼ਾ। ਹਰੇਕ ਰਾਸ਼ਟਰ ਦੀ ਆਪਣੀ ਇੱਕ ਵਿਸ਼ੇਸ਼ ਭਾਸ਼ਾ ਹੁੰਦੀ ਹੈ। ਭਾਰਤ ਦੀ ਰਾਸ਼ਟਰੀ ਭਾਸ਼ਾ ਹਿੰਦੀ ਹੈ। ਦੇਸ਼ ਦਾ ਵਧੇਰੇ ਕੰਮਕਾਜ ਇਸ ਹਿੰਦੀ ਭਾਸ਼ਾ ਵਿੱਚ ਹੀ ਹੁੰਦਾ ਹੈ।
ਹੁਣ ਦੇਖੋ ਪਹਿਲੇ ਸਾਡੀ ਮਾਂ ਬੋਲੀ ਸੀ ਜਾਂ ਮਾਤ ਭਾਸ਼ਾ ਸੀ। ਨੈਕਸਟ ਹੈ ਸਾਡੀ ਰਾਸ਼ਟਰੀ ਭਾਸ਼ਾ। ਬੇਟਾ ਰਾਸ਼ਟਰ, ਹਰ ਇੱਕ ਰਾਸ਼ਟਰ ਦੀ ਦੇਸ਼ ਦੀ ਆਪਣੀ ਜੋ ਭਾਸ਼ਾ ਹੁੰਦੀ ਹੈ, ਅਜਿਹੀ ਭਾਸ਼ਾ ਹੁੰਦੀ ਹੈ ਜਿਹੜੀ ਸਾਰੇ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ, ਭਾਵ ਸਾਰੇ ਦੇਸ਼ ਦੇ ਲੋਕ ਹੈ ਜਿਹੜੇ ਉਹ ਬੋਲੀ ਨੂੰ ਸਮਝ ਸਕਦੇ ਹੈ। ਠੀਕ ਹੈ, ਸਾਡੇ ਭਾਰਤ ਦੇਸ਼ ਦੀ ਰਾਸ਼ਟਰੀ ਭਾਸ਼ਾ ਕਿਹੜੀ ਹੈ? ਹਿੰਦੀ, ਕਿਉਂਕਿ ਸਾਡੇ ਦੇਸ਼ ਦਾ ਵਧੇਰੇ ਕੰਮ ਹੈ ਜੋ ਹਿੰਦੀ ਭਾਸ਼ਾ ਵਿੱਚ ਹੀ ਹੁੰਦੀ ਹੈ। ਜਾਂ ਅਸੀਂ ਇਸ ਤਰ੍ਹਾਂ ਕਹਿ ਲਈਏ ਕਿ ਹਿੰਦੀ ਸਾਡੇ ਦੇਸ਼ ਦੇ ਵਿੱਚ ਅਜਿਹੀ ਭਾਸ਼ਾ ਹੈ, ਕਿਸੇ ਵੀ ਸਟੇਟ ਦੇ ਵਿੱਚ ਚਲੇ ਜਾਈਏ ਹਰ ਸਟੇਟ ਦੇ ਲੋਕ ਹਿੰਦੀ ਨੂੰ ਆਸਾਨੀ ਦੇ ਨਾਲ ਸਮਝ ਸਕਦੇ ਹੈਗੇ। ਠੀਕ ਹੈ, ਸਮਝ ਸਕਦੇ ਹੈ, ਪੜ੍ਹ ਸਕਦੇ ਹੈ, ਲਿਖ ਸਕਦੇ ਹੈ। ਇਸ ਲਈ ਜੋ ਭਾਸ਼ਾ ਪੂਰੇ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ ਉਹਨੂੰ ਕਹਿੰਦੇ ਹੈ ਰਾਸ਼ਟਰੀ ਭਾਸ਼ਾ। ਨੈਕਸਟ ਹੈ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਵਿਦੇਸ਼ਾਂ ਨਾਲ ਸੰਬੰਧ ਕਾਇਮ ਕਰਨ ਲਈ ਇੱਕ ਖਾਸ ਭਾਸ਼ਾ ਨਿਸ਼ਚਿਤ ਕਰ ਲਈ ਜਾਂਦੀ ਹੈ ਤਾਂ ਜੋ ਵਿਦੇਸ਼ੀ ਲੋਕਾਂ ਨਾਲ ਕੁਝ ਵੀ ਗੱਲ ਕੀਤੀ ਜਾ ਸਕੇ। ਸਾਡੀ ਅੰਤਰਰਾਸ਼ਟਰੀ ਭਾਸ਼ਾ ਅੰਗਰੇਜ਼ੀ ਹੈ। ਇਸ ਭਾਸ਼ਾ ਦੀ ਪੜ੍ਹਾਈ ਹਰੇਕ ਦੇਸ਼ ਵਿੱਚ ਕਰਵਾਈ ਜਾਂਦੀ ਹੈ। ਪੰਜਾਬ ਵਿੱਚ ਇਸ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਹੈ। ਪੰਜਾਬ ਵਿੱਚ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ। ਸਕੂਲ ਪੱਧਰ 'ਤੇ ਇਹ ਤਿੰਨੇ ਭਾਸ਼ਾਵਾਂ ਪੜ੍ਹਾਈਆਂ ਜਾਂਦੀਆਂ ਹਨ ਅਤੇ ਕਾਲਜ ਵਿੱਚ ਪੰਜਾਬੀ ਅਤੇ ਅੰਗਰੇਜ਼ੀ ਜ਼ਰੂਰੀ ਭਾਸ਼ਾਵਾਂ ਹਨ। ਹੁਣ ਬੇਟਾ ਜਿੱਦਾਂ ਰਾਸ਼ਟਰੀ ਭਾਸ਼ਾ ਇੱਕ ਪੂਰੇ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ, ਉਹਨੂੰ ਅਸੀਂ ਰਾਸ਼ਟਰੀ ਭਾਸ਼ਾ ਕਹਿੰਦੇ ਹਾਂ ਕਿ ਜੋ ਭਾਸ਼ਾ ਦੇਸ਼ ਦੇ ਵਿੱਚ ਬੋਲੀ ਜਾਂਦੀ ਹੈ। ਜਿੱਦਾਂ ਹੁਣ ਅਸੀਂ ਪੜ੍ਹ ਰਹੇ ਸੀ ਅੰਤਰਰਾਸ਼ਟਰੀ ਭਾਸ਼ਾ। ਅੰਤਰਰਾਸ਼ਟਰੀ ਭਾਸ਼ਾ ਤੋਂ ਕੀ ਭਾਵ ਹੈ? ਇੱਕ ਅਜਿਹੀ ਭਾਸ਼ਾ ਜਿਹੜੀ ਸਾਰੇ ਦੇਸ਼ਾਂ ਦੇ ਨਾਲ, ਸਾਰੇ ਵਿਦੇਸ਼ਾਂ ਦੇ ਨਾਲ ਗੱਲ ਕਰਨ ਲਈ ਵਰਤੀ ਜਾਵੇ। ਕਿਉਂਕਿ ਅਸੀਂ ਜਦੋਂ ਵੀ ਹੁਣ ਸਾਰੇ ਦੇਸ਼ ਨੇ ਜੋ ਨਾ ਤਾਂ ਸਾਰੇ ਪੰਜਾਬੀ ਬੋਲਣੀ ਆਉਂਦੀ ਹੈ, ਨਾ ਸਾਰਿਆਂ ਨੂੰ ਹਿੰਦੀ ਬੋਲਣੀ ਆਉਂਦੀ ਹੈ। ਜਾਣੀ ਅੰਗਰੇਜ਼ੀ ਇੱਕ ਅਜਿਹੀ ਭਾਸ਼ਾ ਹੈ ਜਿਸ ਨੂੰ ਕਿਸੇ ਵੀ ਦੇਸ਼ ਦਾ, ਕੋਈ ਵੀ ਦੇਸ਼ ਇੱਕ ਦੂਜੇ ਦੇਸ਼ ਦੇ ਨਾਲ ਗੱਲਬਾਤ ਕਰਨ ਲਈ ਵਰਤ ਸਕਦਾ ਹੈ। ਭਾਵ ਅੰਗਰੇਜ਼ੀ ਭਾਸ਼ਾ ਨੂੰ ਹਰ ਦੇਸ਼ ਹੈ ਜੋ ਸਮਝ ਸਕਦਾ ਹੈ। ਹਰ ਵਿਦੇਸ਼ ਜੋ ਹੈ, ਅਗਰ ਅਸੀਂ ਕਿਸੇ ਵੀ ਵਿਦੇਸ਼ ਦੇ ਨਾਗਰਿਕ ਨਾਲ ਕਿਸੇ ਨਾਲ ਵੀ ਗੱਲ ਕਰੀਏ ਤਾਂ ਅੰਗਰੇਜ਼ੀ ਹੈ ਜਿਹੜੀ ਉਹ ਸਮਝ ਲੈਂਦੇ ਹੈ। ਠੀਕ ਹੈ, ਇਸ ਲਈ ਅਜਿਹੀ ਭਾਸ਼ਾ ਇੱਕ ਸਾਂਝੀ ਭਾਸ਼ਾ ਜਿਹੜੀ ਸਾਰੇ ਦੇਸ਼ ਸਮਝ ਸਕਦੇ ਆ, ਉਹ ਕਿਹੜੀ ਹੈ? ਅੰਗਰੇਜ਼ੀ। ਅਤੇ ਉਸ ਨੂੰ ਅਸੀਂ ਕੀ ਕਹਾਂਗੇ? ਅੰਤਰਰਾਸ਼ਟਰੀ ਭਾਸ਼ਾ, ਜਿਹੜੀ ਸਾਰੇ ਦੇਸ਼ ਸਮਝ ਸਕਦੇ ਹੈ, ਜਾਂ ਅਸੀਂ ਐਂ ਕਹਿ ਲਈਏ ਜਿਹੜੇ ਸਾਰੇ ਵਿਦੇਸ਼ਾਂ ਨਾਲ ਅਸੀਂ ਗੱਲ ਕਰ ਸਕਦੇ ਹਾਂ, ਉਹ ਸਾਡੀ ਭਾਸ਼ਾ ਹੈ ਅੰਗਰੇਜ਼ੀ। ਇਸ ਲਈ ਇਸ ਨੂੰ ਕਹਾਂਗੇ ਅੰਤਰਰਾਸ਼ਟਰੀ ਭਾਸ਼ਾ। ਸਾਡੀ ਅੰਤਰਰਾਸ਼ਟਰੀ ਇੰਟਰਨੈਸ਼ਨਲ ਲੈਂਗੁਏਜ ਕੀ ਹੈ? ਅੰਗਰੇਜ਼ੀ। ਠੀਕ ਹੈ, ਇਸ ਭਾਸ਼ਾ ਦੀ ਪੜ੍ਹਾਈ ਹਰ ਦੇਸ਼ ਵਿੱਚ ਕਰਵਾਈ ਜਾਂਦੀ ਹੈ। ਠੀਕ ਹੈ, ਤਾਂ ਕਿ ਸਾਰੇ ਸੰਸਾਰ ਦੇ ਵਿੱਚ ਇੱਕੋ ਹੀ ਸਾਂਝੀ ਭਾਸ਼ਾ ਹੈ ਅੰਗਰੇਜ਼ੀ, ਜਿਹਦੇ ਨਾਲ ਅਸੀਂ ਗੱਲਬਾਤ ਕਰ ਸਕਦੇ ਹਾਂ। ਪੰਜਾਬ ਵਿੱਚ ਇਸ ਨੂੰ ਤੀਜੀ ਭਾਸ਼ਾ ਦੇ ਰੂਪ ਵਿੱਚ ਸਵੀਕਾਰ ਕੀਤਾ ਗਿਆ ਹੈ ਕਿਉਂਕਿ ਮਾਂ ਬੋਲੀ ਪੰਜਾਬੀ ਹੈ, ਰਾਸ਼ਟਰੀ ਭਾਸ਼ਾ ਹਿੰਦੀ ਹੈ। ਤੀਸਰੇ ਨੰਬਰ 'ਤੇ ਅੰਤਰਰਾਸ਼ਟਰੀ ਭਾਸ਼ਾ ਦੇ ਰੂਪ ਵਿੱਚ ਜਾਂ ਤੀਜੀ ਭਾਸ਼ਾ ਦੇ ਰੂਪ ਵਿੱਚ ਇਸ ਅੰਗਰੇਜ਼ੀ ਹੈ ਜਿਹੜੀ ਉਹ ਪੜ੍ਹਾਈ ਜਾਂਦੀ ਹੈ। ਠੀਕ ਹੈ, ਪੰਜਾਬ ਵਿੱਚ ਪੰਜਾਬੀ, ਹਿੰਦੀ, ਅੰਗਰੇਜ਼ੀ ਤਿੰਨੇ ਭਾਸ਼ਾਵਾਂ ਦਾ ਗਿਆਨ ਦਿੱਤਾ ਜਾਂਦਾ ਹੈ। ਭਾਵ ਇਸ ਸਾਰੇ ਸਕੂਲ ਕਾਲਜਾਂ ਦੇ ਵਿੱਚ ਤਿੰਨੇ ਲੈਂਗੁਏਜ ਜ਼ਰੂਰੀ ਤੌਰ 'ਤੇ ਪੜ੍ਹਾਈ ਜਾਂਦੀਆਂ ਨੇਗੀਆਂ। ਠੀਕ ਹੈ, ਮਾਂ ਬੋਲੀ ਦੇਖੋ ਬੱਚਾ ਆਪਣੇ ਪਰਿਵਾਰ ਦੇ ਵਿੱਚੋਂ ਸਿੱਖ ਲੈਂਦਾ ਹੈ, ਰਾਸ਼ਟਰੀ ਬੋਲੀ ਉਹ ਸਕੂਲ ਦੇ ਵਿੱਚ ਜਾਂਦਾ ਹੈ। ਤਾਂ ਠੀਕ ਹੈ, ਜਿਹੜੇ ਅਸੀਂ ਸਾਰੇ ਦੇਸ਼ ਦੇ ਵਿੱਚ ਸਾਰੇ ਰਾਜਾਂ ਦੇ ਲੋਕਾਂ ਨਾਲ ਗੱਲ ਕਰ ਸਕੀਏ ਤਾਂ ਰਾਸ਼ਟਰੀ ਭਾਸ਼ਾ ਹਿੰਦੀ ਸਿੱਖ ਲੈਂਦੇ ਆ। ਅਤੇ ਨਾਲ ਹੀ ਫਿਰ ਅੱਗੇ ਉਹਦਾ ਹੋਰ ਜਾਈਏ ਵੀ ਸੰਸਾਰ ਦੇ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੱਲ ਕਰਨ ਦੇ ਲਈ ਸਾਂਝੀ ਭਾਸ਼ਾ ਦੇ ਤੌਰ 'ਤੇ ਅੰਗਰੇਜ਼ੀ ਭਾਸ਼ਾ ਜਿਹੜੀ ਉਹ ਪੜ੍ਹਾਈ ਜਾਂਦੀ ਹੈ। ਠੀਕ ਹੈ, ਇਹ ਤਾਂ ਸੀ ਸਾਡੀਆਂ ਭਾਸ਼ਾਵਾਂ ਬੇਟਾ। ਅੱਗੇ ਇਹਦੀਆਂ ਉਪ ਬੋਲੀਆਂ ਨੇ, ਜਿਵੇਂ ਹੁਣ ਪੰਜਾਬ ਦੀ ਮਾਂ ਬੋਲੀ ਦੇਖੋ ਪੰਜਾਬੀ ਹੈ, ਅੱਗੇ ਪੰਜਾਬ ਦੀਆਂ ਫਿਰ ਕੁਝ ਉਪ ਬੋਲੀਆਂ ਨੇ। ਸਭ ਤੋਂ ਪਹਿਲਾਂ ਤਾਂ ਇਹ ਵੇਖਾਂਗੇ ਉਪ ਬੋਲੀ ਹੁੰਦੀ ਕੀ ਹੈ। ਪੰਜਾਬ ਵਿੱਚ ਇਲਾਕਾਈ ਵਿਭਿੰਨਤਾ ਦੇ ਕਾਰਨ ਵੱਖ-ਵੱਖ ਇਲਾਕਿਆਂ ਵਿੱਚ ਵੱਖੋ ਵੱਖਰੀ ਬੋਲੀ ਦੀ ਵਰਤੋਂ ਕੀਤੀ ਜਾਂਦੀ ਹੈ, ਇਸ ਨੂੰ ਹੀ ਉਪ ਬੋਲੀ ਆਖਿਆ ਜਾਂਦਾ ਹੈ। ਜਿਵੇਂ ਬੇਟਾ ਅਲੱਗ-ਅਲੱਗ ਇਲਾਕੇ ਹੁੰਦੇ ਆ, ਠੀਕ ਹੈ, ਜਿੱਥੇ ਵੀ ਆਪਣੇ ਇਲਾਕੇ ਦੇ ਤੌਰ 'ਤੇ ਕੋਈ ਵੀ ਲੋਕ ਹੈ ਉਹ ਅਲੱਗ-ਅਲੱਗ ਤਰ੍ਹਾਂ ਬੋਲਦੇ ਆ। ਠੀਕ ਹੈ, ਇਹ ਅਲੱਗ-ਅਲੱਗ ਬੋਲਣ ਦੇ ਅਲੱਗ-ਅਲੱਗ ਢੰਗ ਦੇ ਕਾਰਨ ਭਾਸ਼ਾ ਦੇ ਵਿੱਚ ਵੱਖਰਾਪਨ ਆ ਜਾਂਦਾ ਹੈ। ਠੀਕ ਹੈ,
जिस करके जो ਵੱਖਰਾਪਣ ਆਉਂਦਾ ਉਹੀ ਸਾਡੀ ਉਪਬੋਲੀ बन जाती है, उस नूं ही असी उपबोली आखते हाँ। ठीक है, भाव इलाके की विभिन्नता के कारण ਜਾਂ अलग अलग इलाके होने कारण जो भाषा की ਵੱਖਰੀ बोली हो जाती है ਜਾਂ बोली वरती जाती है ਉਹੀ साडी उपबोली हुंदी है। पंजाब की वर्ग वंड 1947 की वंड वांगरों पंजाब भी दो हिस्सों में वंडिया गया, लਹਿੰਦਾ पंजाब ਅਤੇ चढ़दा पंजाब। भारत विचले पंजाब नूं चढ़दा पंजाब कहा जाता है। इस पंजाब नूं भी अगों बोली दी आधार ते प्रमुख तौर ते 3 हिस्सों में वंडिया गया है, माझा, मालवा, दुआबा। देखो बेटा, जदों साडा देश आज़ाद होया सी तां उस तो बाद भारत ते पाकिस्तान विच वंडिया गया सी। जो पंजाब 1947 की वंड तो बाद, ठीक है, पंजाब विच सीगा ਉਹਨੂੰ ਅਸੀਂ ਚੜ੍ਹਦਾ पंजाब कहने हैं, जो पाकिस्तान वाली साइड चला गया ਉਹਨੂੰ लਹਿੰਦਾ पंजाब कहते हैं। ठीक है, हुण ਜਿਹੜਾ पंजाब भारत विच है ਉਹਨੂੰ ਅਸੀਂ चढ़दा पंजाब कहांगे। ठीक है, ਅੱਗੇ ਕਹਿੰਦੇ इस पंजाब ਨੂੰ भी बोली ਦੇ आधार ਤੇ 3 हिस्सों विच 3 भागां ਦੇ ਵਿੱਚ ਵੰਡਿਆ ਗਿਆ है। ਕਿਹੜੇ-ਕਿਹੜੇ ਹਿੱਸੇ है? माझा, मालवा, दुआबा। माझे विच उपबोली माझी बोली जाती है, जिहड़ा भी माझे का इलाका है साडा ਉਹਦੇ ਵਿੱਚ ਕਿਹੜੀ ਬੋਲੀ ਬੋਲੀ ਜਾਂਦੀ ਹੈ? माझी। मालवे विच उपबोली मलवई बोली जाती है, ਜਿਹੜਾ इलाका मालवे ਦੇ अंदर आ जाता है ਉੱਥੇ ਅਸੀਂ मलवई बोलते हैं। दुआबे विच उपबोली दुआबी बोली जाती है। ठीक है, भी बोली के आधार ते साडे पंजाब नूं 3 भागां विच वंडिया गया है, माझा, मालवा, दुआबा। इन्हां इलाकिਆਂ ਦੇ ਵਿੱਚ इन्हां इलाकिਆਂ ਦੇ ਵਿੱਚ माझे ਦੇ ਵਿੱਚ माझी, मालवे ਦੇ ਵਿੱਚ मलवई, दुआबे ਦੇ ਵਿੱਚ दुआबी बोली है जिहड़ी बोली जाती है। ठीक है बेटा, ਇਹ ਸੀ ਸਾਡਾ फस्ट चैप्टर ਜਿਹਦੇ ਵਿੱਚ बोली की ਹੁੰਦੀ है। बोली हरेक मनुख के मूँहों बोली जाती है, भाव जिन्ने भी वो मनुख नेगे ਜਾਂ कोई चीज़ां ने, पशु जानवर सारे आपो अपनी भाषा ਦੇ ਵਿੱਚ बोलते हैं। बोली राही ही असी अपने विचार प्रगट कर सकते हैं, भी बोली है जिहड़ी साडी गलबात करन दा साधन है। ठीक है, बोली 2 प्रकार की हुंदी है। किहड़ी हुंदी है? लिखती, पहली हुंदी है बोलचाल की बोली, दूजी हुंदी है लिखती बोली। लास्ट पॉइंट है साडे कोले, लिखती बोली शुद्ध हुंदी है, ये ਸਾਹਿਤਕ ਜਾਂ ਟਕਸਾਲੀ भाषा अखवाउंदी है। ठीक है, ਜਿਹੜੀ ਸਾਡੀ ਦੂਜੀ ਬੋਲੀ ਹੁੰਦੀ ਹੈ, ਦੂਜੇ ਨੰਬਰ ਦੀ ਬੋਲੀ ਹੈ, ਉਹਨੂੰ ਅਸੀਂ ਸ਼ੁੱਧ ਮੰਨਦੇ ਹਾਂ, ਕਿਉਂਕਿ ਜਿਹੜੀ ਸਾਡੀ ਲਿਖਤੀ ਬੋਲੀ ਹੈ ਉਹ ਵਿਆਕਰਨਿਕ ਤੌਰ ਤੇ ਸ਼ੁੱਧ ਹੁੰਦੀ ਹੈ। ਠੀਕ ਹੈ, ਵੀ ਉਹਦੇ ਵਿੱਚ ਵਿਆਕਰਨ ਪੱਖੋਂ ਕੋਈ ਗਲਤੀ ਹੈ ਜਿਹੜੀ ਨਹੀਂ ਹੁੰਦੀ। ਇਸ ਨੂੰ ਅਸੀਂ ਸਾਹਿਤਕ ਜਾਂ ਟਕਸਾਲੀ ਭਾਸ਼ਾ ਅਖਵਾਉਂਦੀ ਹੈ, ਮਤਲਬ ਲਿਖਤੀ ਬੋਲੀ ਨੂੰ ਅਸੀਂ ਸਾਹਿਤਕ ਜਾਂ ਟਕਸਾਲੀ ਭਾਸ਼ਾ ਵੀ ਕਹਿ ਦਿੰਦੇ ਹਾਂ। ਠੀਕ ਹੈ ਬੇਟਾ, ਸੋ ਇਹ ਸੀ ਸਾਡਾ ਫਸਟ ਚੈਪਟਰ ਭਾਸ਼ਾ ਜਾਂ ਬੋਲੀ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਹੁਣ ਅਸੀਂ ਇਹਦੇ ਨਾਲ ਅੱਗੇ ਅਭਿਆਸ ਜੋ ਇਹਦੇ ਨਾਲ ਸੰਬੰਧਿਤ ਬੁੱਕ ਵਰਕ ਹੈ ਉਹ ਅਸੀਂ ਵੇਖ ਲੈਂਦੇ ਹਾਂ। ਵੈਸੇ ਇਹਦੀ PDF ਵੀ ਤੁਹਾਨੂੰ ਭੇਜੀ ਜਾਊਗੀ। फस्ट है भाषा केड़ा साधन है? गलबात दा, नचन दा, खाण पीन दा। ठीक है, कादा साधन है? गलबात दा। आड़ा भाषा किन्ने प्रकार दी हुंदी है? 3, 4, 2। किन्ने प्रकार दी हुंदी है? 2 प्रकार दी, बोलचाल दी ते लिखती। ईड़ी लिखती भाषा नूं होर की आखदे हन? ਸਾਹਿਤਕ भाषा, गैर भाषा, अंग्रेजी भाषा। किहड़ी भाषा आखदे है? ਸਾਹਿਤਕ भाषा। ठीक है, दूजे सस्सा है दूजे देशों नाल किस भाषा विच गलबात कीती जाती है? भाव असीं दूजे देशों दे नाल किहड़ी भाषा दे विच गलबात है जिहड़ी कर सकते हैं? अंग्रेजी विच, उर्दू जां फारसी विच? अंग्रेजी विच। ठीक है, काहदे विच असीं काम कर सकते हैं? गलबात कर सकते हैं अंग्रेजी विच। अगे लिखती कम भाव जो तुसी लिखना है, अपनी बुक नूं कंप्लीट करना है, जिहड़े क्वेश्चन आंसर ने उन्हां नूं लिखना है। हेठां दित्ते प्रश्नां दे उत्तर दो। बोली की हुंदी है? उत्तर बोली ਉਹ ਸਾਧਨ ਹੈ ਜਿਸ ਰਾਹੀਂ ਅਸੀਂ ਆਪਣੇ ਮਨ ਦੇ ਭਾਵ ਦੂਜਿਆਂ ਸਾਹਮਣੇ ਬੋਲ ਕੇ ਜਾਂ ਲਿਖ ਕੇ ਪੇਸ਼ ਕਰਦੇ ਹਾਂ। बोली दियाँ किस्मां दे नां लिखो। बोली 2 किस्मां दी हुंदी है। नंबर 1 बोलचाल दी बोली, लिखती बोली। ईड़ी प्रश्न है, ਸਾਹਿਤਕ भाषा किहड़ी हुंदी है?
ਲਿਖਤੀ ਬੋਲੀ ਨੂੰ ਸਾਹਿਤਕ ਭਾਸ਼ਾ ਕਹਿੰਦੇ ਹਨ। ਆਮ ਬੋਲਚਾਲ ਦੀ ਬੋਲੀ ਦਾ ਕੀ ਲਾਭ ਹੈ? ਆਮ ਬੋਲਚਾਲ ਦੀ ਬੋਲੀ ਰਾਹੀਂ ਅਸੀਂ ਆਪਣੇ ਵਿਚਾਰ ਆਸਾਨੀ ਨਾਲ ਪ੍ਰਗਟ ਕਰ ਸਕਦੇ ਹਾਂ। ਕਿਉਂ ਕਰ ਸਕਦੇ ਹਾਂ? ਕਿਉਂਕਿ ਇਸ ਦੇ ਉੱਪਰ ਸਾਡੀ ਮਹਾਰਤ ਹੁੰਦੀ ਹੈ। ਨੈਕਸਟ ਹੈ ਬੇਟਾ, ਠੀਕ ਜਾਂ ਗਲਤ ਲਿਖੋ। ਬੋਲੀ ਦੀ ਕੋਈ ਜ਼ਰੂਰਤ ਨਹੀਂ ਹੁੰਦੀ। ਗਲਤ, ਕਿਉਂਕਿ ਸਾਨੂੰ ਆਪਣੇ ਭਾਵ ਪ੍ਰਗਟ ਕਰਨ ਦੇ ਲਈ ਬੋਲੀ ਚਾਹੀਦੀ ਹੁੰਦੀ ਹੈ। ਆੜਾ, ਬੋਲੀ 6 ਪ੍ਰਕਾਰ ਦੀ ਹੁੰਦੀ ਹੈ। ਗਲਤ, ਬੋਲੀ 2 ਪ੍ਰਕਾਰ ਦੀ ਹੁੰਦੀ ਹੈ। ਈੜੀ, ਬੋਲੀ ਤੋਂ ਬਿਨਾਂ ਵੀ ਸਾਰੇ ਭਾਵ ਸਪਸ਼ਟ ਹੋ ਜਾਂਦੇ ਹੈ। ਨਹੀਂ, ਵੈਸੇ ਅਸੀਂ ਸੰਕੇਤਾਂ ਨਾਲ ਕਰ ਸਕਦੇ ਹਾਂ, ਪਰ ਉਹ ਪ੍ਰੋਪਰ ਤੋਂ ਠੀਕ ਢੰਗ ਨਾਲ ਨਹੀਂ ਹੁੰਦੇ, ਇਸ ਲਈ ਇਹਨੂੰ ਅਸੀਂ ਗਲਤ ਕਹਾਂਗੇ। ਸੱਸਾ, ਲਿਖਤੀ ਭਾਸ਼ਾ ਨੂੰ ਟਕਸਾਲੀ ਭਾਸ਼ਾ ਵੀ ਆਖਦੇ ਹਨ। ਸਹੀ। ਭਾਸ਼ਾ ਆਪਣੇ ਆਪ ਬਣੀ ਹੈ। ਸਹੀ। ਠੀਕ ਹੈ, ਜਦੋਂ ਵੀ ਇਨਸਾਨ ਨੂੰ ਬੋਲਣ ਦੀ ਆਪਣੇ ਭਾਵ ਸਮਝਾਉਣ ਦੀ ਲੋੜ ਪਈ ਤਾਂ ਉਹ ਜਿਵੇਂ ਜਿਵੇਂ ਵਿਕਾਸ ਕਰਦਾ ਗਿਆ ਉਵੇਂ ਹੀ ਭਾਸ਼ਾ ਬਣਦੀ ਗਈ। 3rd ਨੰਬਰ 'ਤੇ ਹੈ, ਹੇਠਾਂ ਦਿੱਤੇ ਵਾਕ ਅੰਗਰੇਜ਼ੀ ਵਿੱਚ ਲਿਖੋ। ਅੰਦਰ ਆ ਜਾਓ, ਪਲੀਜ਼ ਕਮ ਇਨ। ਠੀਕ ਹੈ, ਅਸੀਂ ਦੇਸ਼ ਭਗਤ ਹਾਂ, ਵੀ ਆਰ ਪੈਟਰੀਅਟ। ਈੜੀ, ਮਿਹਨਤ ਕਰਦੇ ਰਹੋ, ਕੀਪ ਵਰਕਿੰਗ ਹਾਰਡ। ਸੱਸਾ, ਅਸੀਂ ਤੁਹਾਡਾ ਸਵਾਗਤ ਕਰਦੇ ਹਾਂ, ਵੀ ਵੈਲਕਮ ਯੂ। 4th 'ਤੇ ਹੈ, ਹੇਠ ਦਿੱਤੇ ਵਾਕਾਂ ਨੂੰ ਹਿੰਦੀ ਵਿੱਚ ਲਿਖੋ। ਉਹ ਮੇਰੀ ਭੈਣ ਹੈ, वो मेरी बहन है, जब है मेरी बहन है। ਅਸੀਂ बहुत पढ़ते हाँ, हम बहुत पढ़ते हैं। ठंडी हवा चल रही है, ठंडी हवा चल रही है। बच्चे बहुत गल्लां कर रहे हैं, बच्चे बहुत बातें कर रहे हैं। नैक्सट है, रचनात्मक गतिविधियाँ। ਹੇਠਾਂ ਦਿੱਤੇ ਚਿੱਤਰਾਂ ਨੂੰ ਵੇਖ ਕੇ ਭਾਸ਼ਾ ਦਾ ਰੂਪ ਜਾਂ ਕਿਸਮ ਲਿਖੋ। ਫਸਟ ਦੇ ਵਿੱਚ 2 ਬੱਚੇ ਆਪਸ ਦੇ ਵਿੱਚ ਗੱਲਾਂ ਕਰ ਰਹੇ ਨੇ, ਤਾਂ ਇਹ ਬੋਲੀ ਦੀ ਕਿਹੜੀ ਕਿਸਮ ਹੈ? ਬੋਲਚਾਲ ਦੀ ਬੋਲੀ। 3rd ਦੇ ਉੱਤੇ ਇੱਕ ਔਰਤ ਲਿਖ ਰਹੀ ਹੈ, ਤਾਂ ਇਹ ਕਿਹੜੀ ਬੋਲੀ ਹੈ? ਲਿਖਤੀ ਬੋਲੀ। ਬੱਚੇ ਕੰਪਿਊਟਰ 'ਤੇ ਟਾਈਪ ਕਰ ਰਹੇ ਹਨ ਜਾਂ ਆਪਾਂ ਕਿਤਾਬ ਪੜ੍ਹ ਰਹੇ ਹਨ, ਤਾਂ ਇਹ ਕਿਹੜੀ ਬੋਲੀ ਹੈ? ਲਿਖਤੀ ਬੋਲੀ। ਠੀਕ ਹੈ। ਹਾਂਜੀ ਬੇਟਾ, ਲਾਸਟ 'ਤੇ ਹੈ ਸਾਡਾ ਯੋਗਤਾ ਪਰਖ। ਯੋਗਤਾ ਪਰਖ ਹੁੰਦੇ ਆ ਮਤਲਬ ਜੋ ਤੁਸੀਂ ਪੰਜਾਬੀ ਦੇ ਵਿੱਚ ਕਿੰਨੀ ਕੁ ਨਿਪੁੰਨਤਾ ਤੁਹਾਨੂੰ ਹਾਸਲ ਹੈ। ਠੀਕ ਹੈ, ਕੋਈ ਵੀ 5 ਵਾਕ ਲਿਖੋ ਪੰਜਾਬੀ ਦੇ ਵਿੱਚ, ਕੋਈ ਵੀ 5 ਲਾਈਨਾਂ। ਠੀਕ ਹੈ, ਕੋਈ ਵੀ ਲਿਖ ਦਿਓ ਤੁਸੀਂ। 5 ਲਾਈਨਾਂ ਲਿਖਣੀਆਂ ਨੇ, ਇਹ ਤੁਸੀਂ ਬੇਟਾ ਆਪਣੇ ਆਪ ਕਰੋਗੇ। ਠੀਕ ਹੈ, ਸੋ ਇਹ ਸੀ ਸਾਡਾ ਫਸਟ ਚੈਪਟਰ ਦਾ ਬੁੱਕ ਵਰਕ। ਉਮੀਦ ਹੈ ਤੁਹਾਨੂੰ ਸਮਝ ਆ ਗਿਆ ਹੋਵੇਗਾ। ਆਪਣੀਆਂ ਕਿਤਾਬਾਂ ਦੇ ਉੱਪਰ ਇਹਨੂੰ ਕੰਪਲੀਟ ਕਰ ਲਵੋਗੇ। ਠੀਕ ਹੈ, ਜਿਹੜੇ ਇਹਦੇ ਕੁਐਸਚਨ ਆਨਸਰ ਲਿਖਵਾਏ ਹੈਗੇ ਉਹਨਾਂ ਨੂੰ ਯਾਦ ਕਰਨਾ ਹੈ। ਬੁੱਕ ਵਰਕ ਵੀ ਯਾਦ ਕਰਨਾ ਹੈ, ਬਟ ਕੁਐਸਚਨ ਆਨਸਰਾਂ ਨੂੰ, ਬੁੱਕ ਵਰਕ ਤਾਂ ਦੇਖੋ ਬੇਟਾ ਲਿਖਦੇ ਲਿਖਦੇ ਹੀ ਯਾਦ ਹੋ ਜਾਂਦਾ, ਸਾਡੇ ਸੌਖਾ ਹੀ ਹੁੰਦਾ ਹੈ, ਬਟ ਪ੍ਰਸ਼ਨ ਉੱਤਰ ਨੇ ਜਿਹੜੇ ਉਹਨਾਂ ਨੂੰ ਤੁਸੀਂ ਧਿਆਨ ਨਾਲ ਯਾਦ ਕਰ ਲੈਣਾ। ਜੋ ਵੀ ਕੰਮ ਕੰਪਲੀਟ ਕਰਨਾ ਹੈ ਸੁੰਦਰ ਲਿਖਾਈ ਦੇ ਵਿੱਚ ਕਰਨਾ ਹੈ। ਠੀਕ ਹੈ, ਕਟਿੰਗ ਨਹੀਂ ਹੋਣੀ ਚਾਹੀਦੀ, ਸਾਫ ਸੁਥਰਾ ਤੁਹਾਡਾ ਲਿਖਿਆ ਹੋਣਾ ਚਾਹੀਦਾ। ਠੀਕ ਹੈ ਬੇਟਾ, ਓਕੇ, ਟੇਕ ਕੇਅਰ।